सत श्री अकाल सारिਆਂ ਨੂੰ मैं नवनीत ਤੇ ਫਤਿਹ.com ਤੇ ਤੁਹਾਡਾ ਸਵਾਗਤ ਕਰਦੀ ਹਾਂ। ਸੋ ਅੱਜ ਟੈਂਸਿਸ ਦਾ ਸੀ ਲਾਸਟ ਪਾਰਟ ਜਿਹੜਾ ਹੈ ਫਿਊਚਰ ਟੈਂਸ ਖਤਮ ਕਰਾਂਗੇ। ਠੀਕ ਹੈ, ਸੋ ਫਿਊਚਰ ਟੈਂਸ ਵੀ ਬਾਕੀ ਟੈਂਸਿਸ ਦੇ ਵਾਂਗੂ ਚਾਰ ਹਿੱਸਿਆਂ ਦੇ ਵਿੱਚ ਆਪਾਂ ਇਹਨੂੰ ਡਿਵਾਈਡ ਕਰ ਸਕਦੇ ਹਾਂ। ਠੀਕ ਹੈ, ਸਿੰਪਲ ਫਿਊਚਰ ਜਾਂ ਫਿਰ ਜਿਹਨੂੰ ਆਪਾਂ ਕਹਿ ਦਿੰਦੇ ਆ ਫਿਊਚਰ ਇਨਡੈਫੀਨਿਟ ਟੈਂਸ, ਫਿਊਚਰ ਇਨਡੈਫੀਨਿਟ ਟੈਂਸ, ਉਸ ਤੋਂ ਬਾਅਦ ਫਿਊਚਰ ਕੰਟੀਨਿਊਸ ਟੈਂਸ। ठीक है जी, ਤੇ ਉਸ ਤੋਂ ਬਾਅਦ ਆ ਗਿਆ ਤੁਹਾਡਾ ਫਿਊਚਰ ਪਰਫੈਕਟ ਟੈਂਸ। ਠੀਕ ਹੈ ਜੀ, ਔਰ ਉਸ ਤੋਂ ਬਾਅਦ ਤੁਹਾਡਾ ਆ ਗਿਆ ਪਰਫੈਕਟ ਕੰਟੀਨਿਊਸ ਟੈਂਸ, ਪਰਫੈਕਟ ਕੰਟੀਨਿਊਸ ਟੈਂਸ। ਹੁਣ ਇਹਦੀ ਪਹਿਚਾਨ ਕੀ ਹੁੰਦੀ ਹੈ ਕਿ ਇਹਦੇ ਪਿੱਛੇ ਗਾ ਗੇ ਗੀ ਲੱਗਾ ਹੁੰਦਾ ਆ। ਗਾ ਗੇ ਗੀ ਪੰਜਾਬੀ ਦੇ ਵਿੱਚ ਉਹ ਆਵੇਗਾ, ਉਹ ਗਾਵੇਗੀ। ਠੀਕ ਹੈ, ਇਦਾਂ ਜਿਹੜਾ ਕੰਟੀਨਿਊਸ ਟੈਂਸ ਹੁੰਦਾ ਇਹਦੇ ਪਿੱਛੇ ਰਿਹਾ ਹੋਵੇਗਾ, ਰਹੀ ਹੋਵੇਗੀ, ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ। ਠੀਕ ਹੈ, ਉਹ ਰੋਟੀ ਖਾ ਰਹੇ ਹੋਣਗੇ। ਸੋ ਇਦਾਂ ਦੇ ਵਰਡ ਹੁੰਦੇ ਆ। ਪਰਫੈਕਟ ਦੇ ਵਿੱਚ ਜਿਹੜਾ ਆ ਉਹ ਚੁੱਕਾ ਹੋਵੇਗਾ, ਚੁੱਕਾ ਹੋਵੇਗਾ, ਚੁੱਕੀ ਹੋਵੇਗੀ, ਚੁੱਕੇ ਹੋਣਗੇ। ਠੀਕ ਹੈ, ਸੋ ਇਦਾਂ ਦਾ ਜਿਹੜਾ ਆ ਮਗਰ ਪਹਿਚਾਨ ਹੁੰਦੀ ਆ। ਰਾਈਟ, ਹੁਣ ਇਹਦੇ ਵਿੱਚ ਫਰਕ ਕੀ ਹੈ ਕਿ ਇਹਦੇ ਵਿੱਚ ਜਿਹੜਾ ਕਾਰਜ ਹੈ ਨਾ ਉਹ ਇੱਕ ਸਪੈਸੀਫਿਕ ਟਾਈਮ ਤੇ ਖਤਮ ਹੋ ਚੁੱਕਾ ਹੋਵੇਗਾ। ਠੀਕ ਹੈ, ਇਹਦੇ 'ਚ ਇੱਕ ਸਪੈਸੀਫਿਕ ਟਾਈਮ ਦਿੱਤਾ ਹੋਗਾ। ਪਰਫੈਕਟ ਦੀ ਗੱਲ ਕਰ ਰਹੀ ਹਾਂ ਮੈਂ, ਪਰਫੈਕਟ ਕੰਟੀਨਿਊਸ ਦੀ ਨਹੀਂ। ਆਪਾਂ ਟਾਈਮ ਦੀ ਹਮੇਸ਼ਾ ਗੱਲ ਪਰਫੈਕਟ ਕੰਟੀਨਿਊਸ ਕੀਤੀ ਹੈ, ਬਟ ਫਿਊਚਰ ਪਰਫੈਕਟ ਦੇ ਕੇਸ ਦੇ ਵਿੱਚ ਸਾਨੂੰ ਇੱਕ ਸਪੈਸੀਫਿਕ ਟਾਈਮ ਹੋਊਗਾ ਕਿ ਜਿਹਦੇ ਤੋਂ ਮਤਲਬ ਉਹ ਕੰਮ ਜਿਹੜਾ ਹੈ ਫਿਊਚਰ ਪੀਰੀਅਡ ਦੇ ਵਿੱਚ ਉਹ ਸਪੈਸੀਫਿਕ ਟਾਈਮ ਤੱਕ ਖਤਮ ਹੋ ਚੁੱਕਾ ਹੋਵੇਗਾ। ਮੈਂ ਐਗਜ਼ਾਮਪਲ ਦਊਂਗੀ। ਦੈਨ ਪਰਫੈਕਟ ਕੰਟੀਨਿਊਸ ਦੀ ਵੀ ਪਹਿਚਾਨ ਸੇਮ ਇਹੀ ਹੁੰਦੀ ਹੈ, ਰਿਹਾ ਹੋਵੇਗਾ, ਰਹੀ ਹੋਵੇਗੀ, ਪਲੱਸ ਇਹਦੇ ਵਿੱਚ ਕੀ ਹੈ ਟਾਈਮ ਦਿੱਤਾ ਹੁੰਦਾ ਹੈ। ਪਰ ਇਹਦੇ ਵਿੱਚ ਜਿਹੜਾ ਟਾਈਮ ਹੈ ਉਹ ਇਨੀਸ਼ੀਅਲੀ ਜਦੋਂ ਤੋਂ ਕੰਮ ਸਟਾਰਟ ਹੋਇਆ ਆ। ਠੀਕ ਹੈ, ਆਰੰਭ ਦਾ ਟਾਈਮ ਜਿਹੜਾ ਹੈ ਉਹ ਦਿੱਤਾ ਹੋਏਗਾ। ਇਹ ਹੋਊਗਾ ਸਪੈਸੀਫਿਕ ਟਾਈਮ ਜਿੱਥੇ ਕੰਮ ਖਤਮ ਹੋ ਚੁੱਕਾ ਹੋਊਗਾ, ਔਰ ਇਹ ਹੈ ਆਰੰਭ ਦਾ ਟਾਈਮ ਜਿੱਥੋਂ ਟਾਈਮ ਤੋਂ ਸ਼ੁਰੂ ਹੋਇਆ ਹੋਵੇਗਾ ਕੰਮ। ਠੀਕ ਹੈ, ਇੰਨਾ ਫਰਕ ਹੈ ਦੋਵਾਂ 'ਚ। ਹੁਣ ਆਪਾਂ ਸਟਾਰਟ ਕਰਾਂਗੇ ਫਿਊਚਰ ਇਨਡੈਫੀਨਿਟ ਤੋਂ। ਠੀਕ ਹੈ, ਸੋ ਫਿਊਚਰ ਇਨਡੈਫੀਨਿਟ ਟੈਂਸ ਦੀ ਪਹਿਚਾਨ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਠੀਕ ਹੈ, ਜਾਂ ਸਿੰਪਲ ਫਿਊਚਰ ਵੀ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਇਹਦੇ ਪਿੱਛੇ ਗਾ ਹੈ, ਗਾ ਗੇ ਗੀ ਲੱਗਾ ਹੁੰਦਾ ਆ। ਜਿਸ ਤਰ੍ਹਾਂ ਉਹ ਅੰਮ੍ਰਿਤਸਰ, ਜਾਂ ਫਿਰ ਲਿਖ ਲਓ ਉਹ ਕੱਲ ਅੰਮ੍ਰਿਤਸਰ ਜਾਵੇਗਾ। ਠੀਕ ਹੈ, ਉਹ ਕੱਲ ਅੰਮ੍ਰਿਤਸਰ ਜਾਵੇਗਾ। ਸੋ ਇਹਦੀ ਪਹਿਚਾਨ ਕੀ ਹੁੰਦੀ ਹੈ ਇੰਗਲਿਸ਼ ਦੇ ਵਿੱਚ? ਇਹਨੂੰ ਆਪਾਂ ਜਦੋਂ ਕਨਵਰਟ ਕਰਦੇ ਹਾਂ, ਟ੍ਰਾਂਸਲੇਟ ਕਰਦੇ ਹਾਂ, ਤੇ ਆਪਾਂ ਕੀ ਲਾਉਂਦੇ ਆ? ਸਬਜੈਕਟ ਦੇ ਨਾਲ ਵਿਲ ਜਾਂ ਸ਼ੈਲ ਲਾਉਂਦੇ ਆ, ਪਲੱਸ ਵਰਬ ਦੀ ਫਰਸਟ ਫਾਰਮ ਪਲੱਸ ਆਬਜੈਕਟ ਲਾਉਂਦੇ ਆ। ਸਿੰਪਲੀ ਆ ਦੋ ਚੀਜ਼ਾਂ ਯਾਦ ਰੱਖਣੀਆਂ, ਵਿਲ ਸ਼ੈਲ ਤੇ ਵਰਬ ਦੀ ਫਰਸਟ ਫਾਰਮ। ਠੀਕ ਹੈ ਜੀ, ਸੋ ਜਿਹੜਾ ਸਿੰਗੂਲਰ ਸਬ ਚੀਜ਼ ਹੁੰਦੀ ਹੈ ਜਿਵੇਂ ਆਈ ਹੋ ਗਿਆ, ਹੀ ਹੋ ਗਿਆ, ਸ਼ੀ ਹੋ ਗਿਆ, ਇਟ ਹੋ ਗਿਆ, ਇਹਦੇ ਨਾਲ ਜਿਹੜਾ ਆ ਮੋਸਟਲੀ ਸ਼ੈਲ ਲੱਗਦਾ। ਪਰ ਜੇ ਤੁਸੀਂ ਵਿਲ ਵੀ ਲਗਾਓਗੇ ਤੇ ਗਲਤ ਨਹੀਂ ਹੋਊਗਾ। ਠੀਕ ਹੈ ਜੀ, ਦੈਨ ਉਸ ਤੋਂ ਬਾਅਦ ਪਲੂਰਲ ਦੇ ਨਾਲ ਤੇ ਵਿਲ ਹੀ ਲੱਗਣਾ, ਪਲੂਰਲ ਦੇ ਨਾਲ ਜਿਹੜਾ ਸ਼ੈਲ ਨਹੀਂ ਲੱਗਦਾ। ਠੀਕ ਹੈ, ਪਲੂਰਲ ਦੇ ਨਾਲ ਹਮੇਸ਼ਾ ਵਿਲ ਹੀ ਲੱਗਣਾ ਹੈ। ਸੋ ਉਹ ਕੱਲ ਅੰਮ੍ਰਿਤਸਰ ਜਾਵੇਗਾ, ਉਹ ਕੀ ਆ ਗਿਆ? ਸਬਜੈਕਟ ਹੀ। ਠੀਕ ਹੈ, ਜਾਵੇਗਾ ਮੁੰਡਾ ਆ। ਸੋ ਕੱਲ ਅੰਮ੍ਰਿਤਸਰ ਜਾਵੇਗਾ, ਹੀ ਜਾਵੇਗਾ ਮੀਨਸ he will go, है ना? So he will go to Amritsar tomorrow. ठीक है, ਉਹ ਗਾਣਾ ਗਾਏਗੀ, ਉਹ ਗਾਣਾ ਗਾਏਗੀ। she will sing a song. ठीक है, ਸੋ ਇਹ ਇਹਦੀ ਪਹਿਚਾਨ ਹੈ ਫਿਊਚਰ ਇਨਡੈਫੀਨਿਟ ਦੀ। ਸਬਜੈਕਟ ਦੇ ਨਾਲ ਵਿਲ ਸ਼ੈਲ ਪਲੱਸ ਫਸਟ ਵਰਬ ਦੀ ਫਰਸਟ ਫਾਰਮ ਲੱਗਦੀ ਆ। ਸੋ ਜੇਕਰ ਇਹਨੂੰ ਆਪਾਂ ਕੁਐਸਚਨ ਫਾਰਮ ਦੇ ਵਿੱਚ ਬਣਾਉਣਾ ਹੋਵੇ, ਠੀਕ ਹੈ, ਇੰਟਰੋਗੇਟਿਵ ਤੇ ਨੈਗੇਟਿਵ, ਨੈਗੇਟਿਵ ਤੇ ਇੰਟਰੋਗੇਟਿਵ। ਇੰਟਰੋਗੇਟਿਵ ਮੀਨਸ ਕੁਐਸਚਨ ਫਾਰਮ ਦੇ ਵਿੱਚ ਬਣਾਉਣਾ ਹੋਵੇ, ਨੈਗੇਟਿਵ ਮੀਨਸ ਨਾਵਾਚਕ ਜਾਂ ਨਕਾਰਾਤਮਕ ਸੈਂਟੈਂਸ ਬਣਾਉਣਾ ਹੋਵੇ, ਤੇ ਉਹਦੀ ਪਹਿਚਾਨ ਕੀ ਹੁੰਦੀ ਹੈ? ਉਹਦੇ ਵਿੱਚ ਸਬਜੈਕਟ ਦੇ ਨਾਲ ਵਿਲ ਸ਼ੈਲ, ਠੀਕ ਹੈ, प्लस नाल की लग जाना है नॉट लग जाना प्लस वर्ब दी फर्स्ट फॉर्म प्लस ऑब्जेक्ट
इसे तरह ही रहेगी। ठीक है जी, जिवें ओह स्कूल पढ़न नहीं जावेगी, ओह सब्जेक्ट है, शी जावेगी है मतलब कुड़ी की गल कर रहे हैं शी। ठीक है, विल नाल की आ गया नॉट, शी विल नॉट गो फॉर sorry she will not go to school for study। ठीक है जी। सो इसे तरह अगर इनू ही मैं इंटरोगेटिव सेंटेंस दे विच चेंज कर दवां ते इथे की हो जाऊगा, जिहड़ा विल शैल है ना वो सब्जेक्ट तो पहला आ जाऊगा, सब्जेक्ट तो पहला आ जाऊगा, उस तो बाद वर्ब दी फर्स्ट फॉर्म ही आएगी प्लस ऑब्जेक्ट ते एंड ते की आ जाएगा क्वेश्चन मार्क। ठीक है जी। फॉर एग्जाम्पल कि वो पार्टी ते आवेगी। ठीक है, सो फर्स्ट की आ गया विल, उस तो बाद की आ गया सब्जेक्ट, आवेगी मीन्स कुड़ी की गल कर रहा है, विल शी कम फॉर अ पार्टी क्वेश्चन। ठीक है जी। सो ਇਹਦੇ ਵਿੱਚ ਕੀ ਹੈ, ਸਬਜੈਕਟ ਤੋਂ ਪਹਿਲਾਂ ਵਿਲ ਸ਼ੈਲ ਲੱਗ ਗਿਆ, ਬਾਕੀ ਉਸੇ ਤਰ੍ਹਾਂ, ਉਹਦੇ ਵਿੱਚ ਕੀ ਹੈ ਵਿਲ ਸ਼ੈਲ ਦੇ ਨਾਲ ਨਾਟ ਲੱਗ ਗਿਆ, ਬਾਕੀ ਉਸੇ ਤਰ੍ਹਾਂ। ਠੀਕ ਹੈ, ਹੁਣ ਇਹ ਹੋ ਗਿਆ ਸਾਡਾ ਪ੍ਰੈਜ਼ੈਂਟ ਸੌਰੀ ਫਿਊਚਰ ਇੰਡੈਫਿਨਿਟ। ਆਪਾਂ ਗੱਲ ਕਰਾਂਗੇ ਫਿਊਚਰ ਕੰਟੀਨਿਊਸ ਟੈਂਸ ਦੀ। ਠੀਕ ਹੈ, ਫਿਊਚਰ ਕੰਟੀਨਿਊਸ ਟੈਂਸ ਜਿਸ ਤਰ੍ਹਾਂ ਕਿ ਫਿਊਚਰ ਇੰਡੈਫਿਨਿਟ ਟੈਂਸ ਦੀ ਗੱਲ ਕੀਤੀ ਆਪਾਂ, ਸਿੰਪਲ ਜਿਹੜਾ ਫਿਊਚਰ ਹੁੰਦਾ ਸਧਾਰਨ ਭਵਿੱਖਤ ਕਾਲ, ਉਹ ਵੀ ਅਪੂਰਨ ਹੁੰਦਾ ਹੈ ਕਿਉਂਕਿ ਕੰਮ ਹੋਇਆ ਨਹੀਂ ਹੈ, ਉਹ ਜਾਵੇਗਾ, ਉਹ ਆਵੇਗਾ, ਉਹ ਖਾਵੇਗਾ, ਉਹ ਪੀਵੇਗਾ। ਠੀਕ ਹੈ, ਹਜੇ ਕੁਝ ਹੋਇਆ ਨਹੀਂ ਹੈ, ਅਪੂਰਨ ਹੈ। ਇਸੇ ਤਰ੍ਹਾਂ ਹੀ ਫਿਊਚਰ ਕੰਟੀਨਿਊਸ ਟੈਂਸ ਵੀ ਜਿਹੜਾ ਆ ਅਪੂਰਨ ਹੈ, ਪੂਰਾ ਨਹੀਂ ਹੋਇਆ। ਠੀਕ ਹੈ, ਸੋ ਇੱਥੇ ਵਿੱਚ ਕੀ ਹੈ, ਕਿਰਿਆ ਦਾ ਕਾਰਜ ਜਿਹੜਾ ਆ, ਕਿਰਿਆ ਦਾ ਕਾਰਜ ਭਵਿੱਖ ਵਿੱਚ लगातार जारी रहेगा। ठीक है जी। सो ਇਹਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਰਿਹਾ ਹੋਵੇਗਾ, ਰਹੀ ਹੋਵੇਗੀ। ਠੀਕ ਹੈ, ਸੋ ਇਦਾਂ ਦੇ ਸੈਂਟੈਂਸ ਜਿਹੜੇ ਆ ਇਹਨਾਂ ਦੀ ਪਹਿਚਾਨ ਹੈ, ਤੇ ਇੰਗਲਿਸ਼ ਦੇ ਵਿੱਚ ਜਦੋਂ ਆਪਾਂ ਇਹਨੂੰ ਕਨਵਰਟ ਕਰਦੇ ਆ ਤੇ ਆਪਾਂ ਲਗਾ ਦਿੰਦੇ ਆ ਉਹਦੇ ਵਿੱਚ ਸਬਜੈਕਟ ਪਲਸ will have sorry will shall plus be। ठीक है, सब्जेक्ट प्लस will या shall plus be plus verb ਦੀ फर्स्ट फॉर्म plus ing ਜਿਹਨੂੰ verb ਦੀ फोर्थ फॉर्म ਵੀ ਕਹਿੰਦੇ ਆਪਾਂ ਫਰਸਟ ਲੈਕਚਰ ਦੇ ਵਿੱਚ ਕੀਤਾ ਸੀਗਾ, plus object। ठीक है, सब्जेक्ट plus will या shall plus ਇੱਥੇ ਇੰਪੋਰਟੈਂਟ ਕੀ ਆ ਗਿਆ ਇਹਦੇ ਵਿੱਚ be। ठीक है, जिवें कि वो स्वेर नहीं, स्वेर तो नहीं सर, इतने कट्टे होने हैं, इतने दोबारा बना लेना। जिवें एक एग्जांपल ले लेने आ, वो पार्टी दा इंतजाम कर रहा होवेगा, कर रहा ਹੋਵੇਗਾ। ਹੁਣ ਇਹਨੂੰ ਟ੍ਰਾਂਸਲੇਟ ਕਰਦੇ ਹਾਂ ਯੂਜ਼ਿੰਗ ਦਿਸ ਫਾਰਮੂਲਾ। ਠੀਕ ਹੈ, ਸੋ ਉਹ ਕਰ ਰਿਹਾ ਹੋਵੇਗਾ ਮਤਲਬ ਬੰਦੇ ਦੀ ਗੱਲ ਕਰ ਰਿਹਾ ਹੈ। ਸੋ ਸਬਜੈਕਟ ਇੱਥੇ ਹੀ ਆ ਗਿਆ, ਵਿਲ ਨਾਲ ਕੀ ਲੱਗ ਗਿਆ ਬੀ। ਠੀਕ ਹੈ, ਅਰੇਂਜਿੰਗ ਅ ਪਾਰਟੀ, ਹੀ ਵਿਲ ਬੀ ਅਰੇਂਜ, ਤੇ ਉਹਦੇ ਨਾਲ ਕੀ ਲੱਗ ਗਿਆ ing, ਤੇ ਈ ਕੀ ਹੈ ਹਟ ਜਾਏਗਾ। ਠੀਕ ਹੈ, ਅਰੇਂਜ ਦਾ, ਹੀ ਵਿਲ ਬੀ ਅਰੇਂਜਿੰਗ the party। ठीक है, will be plus first form of verb plus ing plus object। ठीक है, he will be arranging the party। ਹੁਣ ਇਸੇ ਨੂੰ ਹੀ ਆਪਾਂ 네ਗੇਟਿਵ ਬਣਾਉਣਾ ਹੋਵੇ ਤੇ will shall ਦੇ ਨਾਲ ਕੀ ਲੱਗ ਜਾਊਗਾ not। ਠੀਕ ਹੈ, ਫਿਰ ਨਾਲ be ਤੇ ਆਉਣਾ ਹੀ ਆਉਣਾ plus verb ਦੀ first form plus ing। ਜਿਵੇਂ ਉਹ ਪਾਰਟੀ ਦਾ ਇੰਤਜ਼ਾਮ ਕਰ ਰਿਹਾ ਹੋਵੇਗਾ, ਉਹ ਪਾਰਟੀ ਦਾ ਇੰਤਜ਼ਾਮ ਨਹੀਂ ਕਰ ਰਿਹਾ ਹੋਵੇਗਾ, ਤੇ ਫਿਰ ਇੱਥੇ ਆ ਜਾਣਾ ਪਾਰਟੀ ਦਾ ਇੰਤਜ਼ਾਮ
नहीं कर रहा होगा तो फिर इत्थे क्या आ जाएगा, he will not be arranging, he will be not नहीं आना, he will be not arranging, no गलत हो जाएगा, he will not be arranging the party। इसी तरह जे इनू क्वेश्चन फॉर्म दे विच लियाउणा होवे, ठीक है, जे इनू क्वेश्चन फॉर्म दे विच लियाउणा होवे ते फिर की होना है कि जिहड़ा विल शैल आ ये सब्जेक्ट तो पहला आ जाएगा, विल शैल प्लस सब्जेक्ट प्लस बी ते आना ही आना है, ठीक है, प्लस वर्ब दी फर्स्ट फॉर्म प्लस आईएनजी प्लस ऑब्जेक्ट। जिस तरह कि ओह पार्टी दा इंतजाम कर रहा होवेगा, कि ओह पार्टी दा इंतजाम कर रहा होवेगा क्वेश्चन मार्क, ते फिर क्या आ जाएगा, विल इधर आ जाएगा, ठीक है, विल ही दा एच स्मॉल आ जाएगा, बी आ जाएगा इतने, विल ही बी अरेंजिंग द पार्टी, ते पीछे की आ जाएगा क्वेश्चन मार्क, ठीक है। नेगेटिव भी पढ़ लिया आप, इंटरोगेटिव भी पढ़ लिया। हुण आपां गल करांगे नेक्स्ट टेंस दी। नेक्स्ट टेंस किहड़ा है, फ्यूचर परफेक्ट टेंस, फ्यूचर परफेक्ट टेंस। हुण फ्यूचर परफेक्ट टेंस जिहड़ा आ इहदी पहचान की होएगी कि काम जिहड़ा आ किरिया दा कारज लिख लो, किरिया दा कारज किसी निश्चित भविख विच लिख लो इत्थे, ठीक है, भविख विच किसी निश्चित समय तक पूरा हो चुका होवेगा, ठीक है। जिवें तुसी सूरज डुब्बण तक वापस आ जाओगे, सॉरी आ चुके होवोगे, आ चुके होवोगे लिखा होगा, ठीक है, आ चुके होवोगे, सो होवोगे। सो ਇਹਦੀ पहचान की है फ्यूचर परफेक्ट दी, ਇਹਦੇ ਵਿੱਚ ਅਸੀਂ ਇੰਗਲਿਸ਼ ਦੇ ਵਿੱਚ ਸਬਜੈਕਟ ਪਲਸ ਵਿਲ ਜਾਂ ਸ਼ੈਲ ਪਲਸ ਹੈਵ, ਇਹਦੇ ਵਿੱਚ ਹੈਜ਼ ਜਿਹੜਾ ਆ ਕਦੀ ਵੀ ਨਹੀਂ ਲੱਗਦਾ, ਠੀਕ ਹੈ, फ्यूचर परफेक्ट ਦੇ ਵਿੱਚ हैज नहीं लगता क्योंकि विल या शैल ਦੇ ਨਾਲ ਹਮੇਸ਼ਾ हैव ਹੀ ਲੱਗਣਾ ਹੈ। सो सब्जेक्ट प्लस विल शैल प्लस हैव ਤੇ वर्ब ਦੀ थर्ड फॉर्म प्लस ऑब्जेक्ट। जिवें आपां बाकी परफेक्ट टेंसेस दे विच वर्ब दी थर्ड फॉर्म लगाई, जेकर आपां प्रेजेंट कीता ते आपां हैज हैव दे नाल वर्ब दी थर्ड फॉर्म लाई, जेकर आपां पास्ट कीता आपां हैड दी जिहड़ी आ ओहदे नाल थर्ड फॉर्म लाई। इसी तरह फ्यूचर परफेक्ट दे विच असीं हैव दे नाल वर्ब दी शैल हैव विल हैव दे नाल वर्ब दी थर्ड फॉर्म लाई। सो तुसीं सूरज डुब्बण तक वापस आ चुके होवोगे, यू विल हैव रिटर्न्ड बाय सनसेट, ठीक है। एक और एग्जाम्पल ले लेने, ओह हुण तक मैनू भुल चुकी होवेगी, ठीक है। सो शी विल हैव, भुलंदी की होंदी है इंग्लिश फॉरगॉट एंड फॉरगेट, ठीक है, सेकंड फॉर्म होंदी है फॉरगॉट ते थर्ड फॉर्म की होंदी है फॉरगॉटन। शी विल हैव फॉरगॉटन मी बाय नाउ, ठीक है जी। सो इस तरह इनू जिहड़ा आ आपां लगा के बनाने आ, ठीक है, विल हैव शैल हैव प्लस वर्ब दी थर्ड फॉर्म। हुण इहदे विच जेकर आपां नेगेटिव सेंटेंसेस दी गल करिए ते विल हैव शैल हैव दे नाल की लग जाना आ नॉट, ठीक है। उस तो बाद हैव ते वर्ब दी थर्ड फॉर्म लगनी है। शी जे मैं इनू ही कहां ओ हुण तक मैनू भुल नहीं भुल चुकी होवेगी, शी विल नॉट हैव फॉरगॉटन मी बाय नाउ, ठीक है जी। सो इसी तरह ही तुसी सूरज डुब्बन तक वापस नहीं आ चुके होवोगे, यू विल नॉट हैव रिटर्न्ड बाय द सनसेट, ठीक है जी। सो ये हो गया तुहाडा
ਫਿਊਚਰ ਪਰਫੈਕਟ। ਇੰਟਰੋਗੇਟਿਵ ਦੇ ਵਿੱਚ ਵੀ ਸਿੰਪਲੀ ਆਪਾਂ ਕੀ ਆ ਵਿਲ ਹੈਵ ਸ਼ੈਲ ਹੈਵ ਨੂੰ ਸਬਜੈਕਟ ਤੋਂ ਪਹਿਲਾਂ ਲਾ ਦੇਣਾ ਆ ਤੇ ਹੈਵ ਨੂੰ ਉਤੋਂ ਸਬਜੈਕਟ ਤੋਂ ਬਾਅਦ ਲਗਾਉਣਾ ਹੈ, ਠੀਕ ਹੈ। ਦੈਨ ਉਸ ਤੋਂ ਬਾਅਦ ਲਾਸਟ ਹੈਗਾ ਤੁਹਾਡਾ ਪਰਫੈਕਟ ਕੰਟੀਨਿਊਸ। ਦੇਖੋ ਰੂਲ ਆਪਾਂ ਜਿੰਨੇ ਵੀ ਟੈਂਸਸ ਕੀਤੇ ਸਭ ਦੇ ਵਿੱਚ ਕੋਈ ਰੂਲ ਲੱਗਿਆ ਆ, ਠੀਕ ਹੈ। ਸਬਜੈਕਟ ਪਲੱਸ ਉਹਦੇ ਵਿੱਚ ਜੋ ਲੱਗਾ ਫਿਰ ਵਰਬ ਦੀ ਜੋ ਫਾਰਮ ਲੱਗੀ ਪਲੱਸ ਆਬਜੈਕਟ। ਤੇ ਜੇ ਇਹਨੂੰ ਆਪਾਂ ਕੁਐਸਚਨ ਫਾਰਮ ਦੇ ਵਿੱਚ ਲਿਆਂਦਾ ਆ ਤੇ ਸਬਜੈਕਟ ਤੋਂ ਪਹਿਲਾਂ ਉਹ ਚੀਜ਼ ਆ ਗਈ ਹੈ, ਜੇ ਹੈਜ਼ ਹੈਵ ਆ ਜਾਂ ਵਿਲ ਸ਼ੈਲ ਆ ਜਾਂ ਡੂ ਡਜ਼ ਜਾਂ ਡਿਡ ਹੈ, ਠੀਕ ਹੈ। ਇਸੇ ਤਰ੍ਹਾਂ ਹੀ ਜੇ ਨੈਗੇਟਿਵ ਹੈ ਤੇ ਵਿਲ ਹੈਵ ਹੈਜ਼ ਹੈਡ ਉਹਦੇ ਨਾਲ ਕੀ ਲੱਗ ਗਿਆ, ਨੋਟ ਲੱਗ ਗਿਆ। ਸੋ ਸਿੰਪਲ ਜਿਹੀਆਂ ਚੀਜ਼ਾਂ ਨੇ, ਬਸ ਇਹਨੂੰ ਆਪਾਂ ਜਦੋਂ ਸੈਂਟੈਂਸ ਬਣਾਉਣੇ ਆ ਤੇ ਧਿਆਨ 'ਚ ਰੱਖਣਾ। ਸੋ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ ਜਿਹੜਾ ਆ ਉਹ ਸਾਨੂੰ ਜਾਣਕਾਰੀ ਦਿੰਦਾ ਆ ਕਿ ਭਵਿੱਖ ਵਿੱਚ ਕਿਰਿਆ ਦਾ ਕਾਰਜ ਕੁਝ ਸਮੇਂ ਤੋਂ ਪਹਿਲਾਂ ਆਰੰਭ ਹੋ ਕੇ ਜਾਰੀ ਰਹੇਗਾ, ਠੀਕ ਹੈ। ਸੋ ਇਸ ਵਿੱਚ ਕਿਰਿਆ ਦੇ ਕਾਰਜ ਦਾ ਆਰੰਭ ਸਮਾਂ ਸਾਨੂੰ ਪਤਾ ਲੱਗਦਾ ਹੈ, ਠੀਕ ਹੈ। ਆਰੰਭ ਸਮਾਂ ਜਿਹੜਾ ਆ ਉਹ ਸਾਨੂੰ ਪਤਾ ਲੱਗਦਾ ਆ। ਸੋ ਜਿਵੇਂ ਉਹ 2 ਘੰਟਿਆਂ ਤੋਂ ਕਿਤਾਬ ਪੜ੍ਹ ਰਹੀ ਹੋਵੇਗੀ। ਸੋ ਰਿਹਾ ਹੋਵੇਗਾ, ਰਹੀ ਹੋਵੇਗੀ, ਇਹ ਸਾਰਾ ਕੁਝ ਲੱਗਾ ਹੁੰਦਾ ਹੈ, ਠੀਕ ਹੈ। ਸੋ ਇਹਨੂੰ ਉਤਾਰ ਲਓ, ਫਿਰ ਮੈਂ ਤੁਹਾਨੂੰ ਸਮਝਾਉਣੀ ਆ, ਰਾਈਟ। ਠੀਕ ਹੈ। ਸੋ ਉਹ 2 ਘੰਟਿਆਂ ਤੋਂ ਕਿਤਾਬ ਪੜ੍ਹ ਰਹੀ ਹੋਵੇਗੀ। ਸੋ ਹੁਣ ਫਿਊਚਰ ਆ ਨਾਲ ਪਰਫੈਕਟ ਆ, ਠੀਕ ਹੈ। ਸੋ ਇਹਦੀ ਪਛਾਣ ਕੀ ਹੈ, ਸਬਜੈਕਟ ਪਲੱਸ ਵਿਲ ਜਾਂ ਸ਼ੈਲ ਪਲੱਸ ਹੈਵ ਪਲੱਸ ਬੀਨ ਪਲੱਸ ਵਰਬ ਦੀ ਫਰਸਟ ਫਾਰਮ ਪਲੱਸ ਆਈਐਨਜੀ ਪਲੱਸ ਆਬਜੈਕਟ ਜਿਹੜਾ ਆ ਲੱਗਦਾ ਆ, ਠੀਕ ਹੈ। ਸੋ ਵਿਲ ਸ਼ੈਲ ਆਪਾਂ ਕੰਟੀਨਿਊਸ ਚੋਂ ਲੈ ਲਿਆ, ਬੀ ਦਾ ਬੀਨ ਬਣਾਤਾ, ਠੀਕ ਹੈ। ਤੇ ਪਰਫੈਕਟ ਚੋਂ ਆਪਾਂ ਹੈਵ ਲੈ ਲਿਆ ਤੇ ਕੰਟੀਨਿਊਸ ਚ ਆਪਾਂ ਵਰਬ ਦੀ ਫਰਸਟ ਫਾਰਮ ਪਲੱਸ ਆਈਐਨਜੀ ਪਲੱਸ ਲੈ ਲਿਆ ਆਬਜੈਕਟ, ਠੀਕ ਹੈ। ਸੋ ਸਬਜੈਕਟ ਪਲੱਸ ਵਿਲ ਜਾਂ ਸ਼ੈਲ ਪਲੱਸ ਹੈਵ ਪਲੱਸ ਵਰਬ ਦੀ ਪਲੱਸ ਬੀਨ ਪਲੱਸ ਵਰਬ ਦੀ ਫਰਸਟ ਫਾਰਮ ਪਲੱਸ ਆਈਐਨਜੀ ਪਲੱਸ ਆਬਜੈਕਟ। ਸੋ ਇਹਦੇ ਵਿੱਚ ਕੀ ਹੈ, ਸਾਨੂੰ ਕਾਰਜ ਦੇ ਆਰੰਭ ਹੋਣ ਦਾ ਵੀ ਟਾਈਮ ਜਿਹੜਾ ਫਿਊਚਰ ਦਾ ਪਤਾ ਲੱਗ ਰਿਹਾ ਆ। ਸੋ 2 ਘੰਟਿਆਂ ਤੋਂ ਕਿਤਾਬ ਪੜ੍ਹ ਰਹੀ ਹੋਵੇਗੀ, ਠੀਕ ਹੈ। ਸੋ ਜਿਵੇਂ ਕਿ ਸਾਡੀਆਂ ਮੰਮੀਆਂ ਸੋਚਦੀਆਂ ਨੇ ਵੀ ਆਪਣੇ ਕਮਰੇ 'ਚ ਬਹਿ ਕੇ ਜਿਹੜਾ ਇੰਨੇ ਟਾਈਮ ਤੋਂ ਪੜ੍ਹ ਰਹੀ ਹੋਵੇਗੀ, ਸੋ ਉਹ ਮਤਲਬ ਮਨ 'ਚ ਵੀ ਸੋਚ ਰਹੀਆਂ ਨੇ, ਠੀਕ ਹੈ। ਸੋ ਇੱਕ ਅੰਦਾਜ਼ਾ ਜਿਹਾ ਵੀ ਹੁੰਦਾ ਇਸ ਟੈਂਸ ਦਾ। ਸੋ ਉਹ 2 ਘੰਟਿਆਂ ਤੋਂ ਕਿਤਾਬ ਪੜ੍ਹ ਰਹੀ ਹੋਵੇਗੀ। ਸ਼ੀ ਵਿਲ ਹੈਵ ਬੀਨ ਰੀਡਿੰਗ ਬੁੱਕ ਫॉर 2 hours। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਪਰਫੈਕਟ ਕੰਟੀਨਿਊਸ ਦੇ ਵਿੱਚ ਜੇ ਜਨਰਲ ਟਾਈਮ ਹੈ ਤੇ ਫॉर ਲੱਗਦਾ ਹੈ, ਜੇ ਸਪੈਸੀਫਿਕ ਟਾਈਮ ਹੈ ਤੇ ਸਿੰਸ ਲੱਗਦਾ ਹੈ, ਠੀਕ ਹੈ। ਸੋ ਸ਼ੀ ਵਿਲ ਹੈਵ ਬੀਨ ਰੀਡਿੰਗ ਬੁੱਕ ਫॉर 2 hours। ਤੇ ਜੇ ਇਹਨੂੰ ਆਪਾਂ ਨੈਗੇਟਿਵ ਦੇ ਵਿੱਚ ਕਰਨਾ ਹੋਵੇ ਕਿ ਉਹ 2 ਘੰਟਿਆਂ ਤੋਂ ਕਿਤਾਬ ਨਹੀਂ ਪੜ੍ਹ ਰਹੀ ਹੋਵੇਗੀ, ਸ਼ੀ ਵਿਲ ਨਾਟ, ਫਿਰ ਇੱਥੇ ਨਾਟ ਆ ਜਾਏਗਾ, ਠੀਕ ਹੈ, ਵਿਲ ਤੋਂ ਬਾਅਦ ਸ਼ੀ ਵਿਲ ਨਾਟ ਹੈਵ ਬੀਨ ਰੀਡਿੰਗ ਬੁੱਕ ਫॉर 2 hours। ਤੇ ਜੇ ਇਹਨੂੰ ਇੰਟਰੋਗੇਸ਼ਨ ਦੇ ਵਿੱਚ ਚੇਂਜ ਕਰ ਦਈਏ, ਇੰਟਰੋਗੇਟਿਵ ਸੈਂਟੈਂਸ ਦਾ ਬਣਾ ਦਈਏ ਤੇ ਉਹਦੇ ਵਿੱਚ ਕੀ ਆ ਜਾਊਗਾ ਫਿਰ ਕਿ ਕੀ ਉਹ 2 ਘੰਟਿਆਂ ਤੋਂ ਕਿਤਾਬ ਪੜ੍ਹ ਰਹੀ ਹੋਵੇਗੀ ਤੇ ਵਿਲ ਫਿਰ ਇੱਥੇ ਆ ਜਾਊਗਾ ਪਹਿਲਾਂ, ਠੀਕ ਹੈ। ਵਿਲ ਸ਼ੀ ਹੈਵ ਬੀਨ ਰੀਡਿੰਗ ਬੁੱਕ ਫॉर 2 hours ਐਂਡ ਪਿੱਛੇ ਹੀ ਆ ਜਾਏਗਾ ਕੁਐਸਚਨ ਮਾਰਕ, ਠੀਕ ਹੈ ਜੀ। ਸੋ ਇਹ ਹੋ ਗਏ ਟੈਂਸਸ। ਇਸ ਤੋਂ ਬਾਅਦ ਜਿਹੜਾ ਆਪਣਾ ਨੈਕਸਟ ਟੌਪਿਕ ਹੈ ਬਹੁਤ ਇੰਪੋਰਟੈਂਟ ਆ, ਪਾਰਟਸ ਆਫ ਸਪੀਚ, ਔਰ ਉਹਦੇ ਵਿੱਚ ਜਿੰਨੇ ਵੀ ਪਾਰਟਸ ਆਫ ਸਪੀਚ ਹੈ ਉਹਨਾਂ ਨੂੰ ਆਪਾਂ ਜਿਹੜਾ ਸੀਰੀਜ਼ ਦੇ ਵਿੱਚ ਕਵਰ ਕਰਾਂਗੇ। ਸੋ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਧੰਨਵਾਦ।